6 ਜੂਨ 1984 ਘੱਲੂਘਾਰਾ ਜਿਹੜਾ ਤਕਰੀਬਨ 5-6 दिन ਤਸੱਦਦ ਚੱਲਦੀ ਆਪਰੇਸ਼ਨ ਬਲੂ ਸਟਾਰ ਹੁੰਦਾ। ਕਹਿਣਾ ਚਾਹੋਗੇ ਅੱਜ ਅਰਦਾਸ ਸਮਾਗਮ ਕਰਾਣੇ ਸੀਗੇ, ਅਰਦਾਸ ਹੀ ਕਰਨੀ ਸੀ ਕਿ ਪਰ ਫਿਰ ਵੀ ਇੱਥੇ ਜਿਹੜਾ ਰਕਾਬਗੰਜ ਸਾਹਿਬ ਵੀ ਦੇਖਿਆ ਕਿ ਕੁਝ ਪੁਲਿਸ ਦੇ ਮੁਲਾਜ਼ਮ ਅੰਦਰ ਵੀ ਔਰ ਬਾਹਰ ਵੀ ਜਿਹੜਾ ਇੱਕ ਬੱਸ ਲੱਗੀ ਹੋਈ ਹੈ। ਦੇਖੋ ਉਹ ਉਹਨਾਂ ਦਾ ਕੰਮ ਹੈ, ਅਸੀਂ ਇਨਫੋਰਮੇਸ਼ਨ ਕਰਤੀ ਸੀਗੀ, ਇਹਨਾਂ ਨੂੰ ਦੱਸ ਦਿੱਤਾ ਸੀਗਾ ਕਿ ਅੱਜ ਅਸੀਂ ਘੱਲੂਘਾਰਾ ਦੀ ਜਿਹੜੀ ਅਰਦਾਸ ਹੈਗੀ 84 ਦੀ ਉਹ ਅਸੀਂ ਨੀਲਾ ਤਾਰਾ ਦੀ ਕਰਾਂਗੇ। ਸਾਡੇ ਕੌਮੀ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਦਾ ਪ੍ਰੋਗਰਾਮ ਜਿਹੜਾ ਹੈ ਉਹ ਦਰਬਾਰ ਸਾਹਿਬ ਸੀਗਾ। ਅਸੀਂ ਉਹਨਾਂ ਦੇ ਹੁਕਮ ਅਨੁਸਾਰ ਅੱਜ ਉਸ ਘੱਲੂਘਾਰੇ ਨੂੰ ਹਰ ਸਾਲ ਦੀ ਤਰ੍ਹਾਂ ਆਪਾਂ ਅਰਦਾਸ ਇਹਦੀ ਕਰਵਾਈ ਹੈ। ਲੋਕ ਬਹੁਤ ਸਾਰੇ ਇਹ ਹੈ ਕਿ ਉਹ ਇਹ ਗੱਲ ਨੂੰ ਸਾਨੂੰ ਕਹਿੰਦੇ ਹੈ ਕਿ ਵੀ 84 ਦਾ ਜਿਹੜਾ ਹੈ ਨਾ ਉਹਨੂੰ ਭੁੱਲ ਜਾਓ। ਜੋ ਅੱਜ ਤੁਸੀਂ ਦੇਖੋ ਕਿ ਪਾਰਲੀਮੈਂਟ ਜਿਹੜਾ ਨਵਾਂ ਬਣਾਇਆ ਇਹਨਾਂ ਨੇ ਉਹ ਹਿੰਦੂ ਸੋਚ ਨਾਲ ਹਿੰਦੂ ਸਮਿਰਤੀ ਦੇ ਮੁਤਾਬਕ ਬਣਾਇਆ ਇਹਨਾਂ ਨੇ ਕਿ ਜਦ ਕਿ ਉਹ ਸਾਡੀ ਜ਼ਮੀਨ ਗੁਰਦੁਆਰਾ ਰਕਾਬਗੰਜ ਦੀ ਜ਼ਮੀਨ ਹੈ, ਉਹ ਸਾਡੀ ਜ਼ਮੀਨ ਹੈ। ਇਸ ਕਰਕੇ ਇਹਨਾਂ ਨੂੰ ਇਹ ਨਹੀਂ ਬਣਾਉਣਾ ਚਾਹੀਦਾ ਸੀ। ਜੇ ਬਣਾਇਆ ਵੀ ਹੈ ਤੇ ਇਹ ਸਾਨੂੰ ਵਾਪਸ ਸਾਡੇ ਗੁਰਦੁਆਰੇ ਦੇ ਨਾਂ ਤੇ ਜਿਹੜੀ ਜ਼ਮੀਨ ਹੈ ਉਹ ਸਾਨੂੰ ਉਹ ਪਾਰਲੀਮੈਂਟ ਦੇ ਵਿੱਚ ਸਾਡਾ ਆਪਣਾ ਹਿੱਸਾ ਹੈ। ਸਾਨੂੰ ਆਪਣਾ ਉਹ ਅਸੀਂ ਆਪ ਚਲਾਵਾਂਗੇ, ਆਪਦੀ ਪ੍ਰਦਰਸ਼ਨੀ ਕਰੀਏ, ਕੁਛ ਵੀ ਲਗਾਈਏ। ਕਿ ਤੁਸੀਂ ਤਾਂ ਉਸ ਸਮੇਂ ਦਿੱਲੀ ਦੇ ਵਿੱਚ ਹੀ ਸੀਗੀ, ਦਿੱਲੀ ਦੀ ਵਿੱਚ ਉਸ ਸਮੇਂ ਕੀ ਘਟਨਾ ਵਾਪਰੀ ਸੀਗੀ? ਉਹਦੇ ਤੁਸੀਂ ਦਿੱਲੀ ਸੀਗੇ ਉਸ ਟਾਈਮ? ਬਿਲਕੁਲ ਮੈਂ ਦਿੱਲੀ ਸੀਗਾ। ਮੈਂ ਸੰਨ 70 'ਚ ਦਿੱਲੀ ਆਇਆ ਸੀਗਾ। ਦਿੱਲੀ ਦੇ ਵਿੱਚ ਆਉਂਦੇ ਸਾਰ ਮੈਨੂੰ ਸੈਂਟਰਲ ਬੈਂਕ ਆਫ ਇੰਡੀਆ ਦੀ ਨੌਕਰੀ ਮਿਲ ਗਈ ਤੇ ਨੌਕਰੀ ਵੀ ਠੀਕ ਚੱਲਦੀ ਸੀ ਕਿਉਂਕਿ ਉਹਨਾਂ ਵੇਲਿਆਂ 'ਚ ਸਾਰੇ 84 ਤੋਂ ਪਹਿਲੇ ਮਾਹੌਲ ਵੀ ਠੀਕ ਹੀ ਹੁੰਦਾ ਸੀਗਾ। ਤੇ ਦਾਸ ਦਾ ਜਿਹੜਾ ਮਕਾਨ ਸੀਗਾ ਇੱਕ ਸ਼ਾਲੀਮਾਰ ਮਕਾਨ ਸੀਗਾ ਮੇਰਾ। ਜਿਸ ਦਿਨ ਦਰਬਾਰ ਸਾਹਿਬ ਤੇ ਅਟੈਕ ਹੋਇਆ ਉਸੇ ਦਿਨ ਮੈਂ ਇਹ ਕਿਹਾ ਕਿ ਵੀ ਇਹ ਜਿਹੜਾ ਦਫ਼ਤਰ ਹੈ, ਕਿਉਂਕਿ ਮੇਰੇ ਕਿਰਾਏਦਾਰ ਤਾਂ ਹੈ ਨਹੀਂ ਸੀਗੇ, ਉਹ ਸਿਰਫ ਸਮਰਥਨ ਹੀ ਸੀ ਉਹਨਾਂ ਦਾ, ਉਹ ਦੇ ਰੱਖਿਆ ਜੀ। ਮੈਂ ਆਖਿਆ ਵੀ ਇਹ ਜਿਹੜਾ ਦਫ਼ਤਰ ਹੈ ਤੁਸੀਂ ਇਹਨੂੰ ਉਠਾਓ, ਇਸ ਕਰਕੇ ਤੁਸੀਂ ਇੱਥੇ ਨਹੀਂ ਰਹਿ ਸਕਦੇ, ਤੁਸੀਂ ਸਾਡਾ ਐਡਾ ਵੱਡਾ ਘਰ ਹੀ ਢਾਹ ਦਿੱਤਾ ਸੀ, ਤੋਂ ਕੀ ਲੈਣਾ? ਜਿਹੜਾ ਸਾਡਾ ਸਰਦਾ ਦਾ ਜਗ੍ਹਾ ਹੈ ਉਹਨੂੰ ਢਾਹ ਦਿੱਤੀ, ਅਕਾਲ ਤਖ਼ਤ ਸਾਹਿਬ ਢਾਹ ਕਰ ਦਿੱਤਾ ਹੈ, ਹਰਿਮੰਦਰ ਸਾਹਿਬ ਨੂੰ ਤੁਸੀਂ ਨੁਕਸਾਨ ਪਹੁੰਚਾਇਆ, ਲੱਖਾਂ ਸਿੰਘ ਸਿੰਘਣੀਆਂ ਬੱਚੇ ਸਾਰੇ ਇਹ ਜਿਹੜੇ ਤੁਸੀਂ ਸ਼ਹੀਦ ਕਰਿਆ ਨਿਰਦੋਸ਼ ਕੀਤੇ ਹੈ। ਇੱਥੋਂ ਤੱਕ ਵੀ ਹੈ ਕਿ 8 ਦਿਨਾਂ ਦੀ ਬੱਚੇ ਨੂੰ ਵੀ ਸ਼ਹੀਦ ਕੀਤਾ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਤੁਸੀਂ ਦੇਖ ਰਹੇ ਹੋ ਅਕਾਲ ਚੈਨਲ, ਆਪ ਜੀ ਦਾ ਦਾਸ ਗੁਰਪ੍ਰੀਤ ਸਿੰਘ। ਦਿੱਲੀ ਤੋਂ ਤੁਹਾਨੂੰ ਅਸੀਂ ਜੋੜ ਰਹੇ ਹਾਂ। ਅੱਜ ਇੱਕ ਅਰਦਾਸ ਸਮਾਗਮ ਕਰਾਏ ਗਏ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ, ਜਿਹੜੇ ਕਿ 6 ਜੂਨ 1984 ਘੱਲੂਘਾਰਾ ਜਿਹੜਾ ਤਕਰੀਬਨ 5-6 दिन ਤਸੱਦਦ ਚੱਲਦੀ ਆਪਰੇਸ਼ਨ ਬਲੂ ਸਟਾਰ ਹੁੰਦਾ। ਉਸ ਦੇ ਨਿਮਿਤ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿੱਥੇ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚ ਕੇ ਨਤਮਸਤਕ ਹੁੰਦਾ ਹੈ, ਉਸ ਦੇ ਨਾਲ ਹੀ ਜੋ ਸਿੱਖ ਸੰਗਤਾਂ ਉਹਨਾਂ ਦੇ ਨਾਲ ਜੁੜਦੀਆਂ ਤੇ ਦਿੱਲੀ ਵਿਖੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਵੀ, ਔਰ ਕਹਿ ਦਈਏ ਤਾਂ ਬਿਲਕੁਲ ਸੰਸਦ ਦੇ ਪਾਰਲੀਮੈਂਟ ਔਰ ਉਸ ਤੋਂ ਬਹੁਤ ਨੇੜੇ ਹੀ ਜਿਹੜਾ ਹੈਗਾ ਇੱਥੇ ਵੀ ਅਰਦਾਸ ਕੀਤੀ ਗਈ। ਔਰ ਇੱਧਰ ਦੀ ਗੱਲ ਕਰੀਏ ਤਾਂ ਇੱਧਰ ਵੀ ਪੁਲਿਸ ਵੱਲੋਂ ਕਿਤੇ ਨਾ ਕਿਤੇ ਇੱਕ ਸਿਕਿਉਰਿਟੀ ਦੇ ਇੰਤਜ਼ਾਮ ਵਧਾਏ ਹੋਏ ਸੀਗੇ, ਕਿਉਂਕਿ ਮੈਸੇਜ ਸੀਗਾ ਕਿ ਅਰਦਾਸ ਸਮਾਗਮ ਕੀਤੇ ਜਾਣੇ ਆ। ਸੋ ਉਸ ਦੇ ਬਾਰੇ ਗੱਲਬਾਤ ਕਰਾਂਗੇ। ਅਸੀਂ ਬੈਠੇ ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਦਫ਼ਤਰ, ਦਿੱਲੀ ਦੇ ਦਫ਼ਤਰ ਵਿਖੇ, ਔਰ ਉਹਨਾਂ ਦੇ ਦਿੱਲੀ ਇਕਾਈ ਦੇ ਪ੍ਰਧਾਨ ਸਰਦਾਰ ਸੰਸਾਰ ਸਿੰਘ ਜੀ ਸਾਡੇ ਨਾਲ ਮੌਜੂਦ ਹੈ। ਗੁਰਫਤਿਹ ਦੀ ਸਾਂਝ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ? ਅੱਜ ਅਰਦਾਸ ਸਮਾਗਮ ਕਰਾਣੇ ਸੀਗੇ, ਅਰਦਾਸ ਹੀ ਕਰਨੀ ਸੀ ਕਿ ਪਰ ਫਿਰ ਵੀ ਇੱਥੇ ਜਿਹੜਾ ਰਕਾਬਗੰਜ ਸਾਹਿਬ ਵੀ ਦੇਖਿਆ ਕਿ ਕੁਝ ਪੁਲਿਸ ਦੇ ਮੁਲਾਜ਼ਮ ਅੰਦਰ ਵੀ ਔਰ ਬਾਹਰ ਵੀ ਜਿਹੜਾ ਇੱਕ ਬੱਸ ਲੱਗੀ ਹੋਈ ਹੈ। ਸੋ ਕੀ ਕਹਿਣਾ ਚਾਹੋਗੇ? ਦੇਖੋ ਉਹ ਉਹਨਾਂ ਦਾ ਕੰਮ ਹੈ, ਅਸੀਂ ਇਨਫੋਰਮੇਸ਼ਨ ਕਰਤੀ ਸੀਗੀ, ਇਹਨਾਂ ਨੂੰ ਦੱਸ ਦਿੱਤਾ ਸੀਗਾ ਕਿ ਅੱਜ ਅਸੀਂ ਘੱਲੂਘਾਰਾ ਦੀ ਜਿਹੜੀ ਅਰਦਾਸ ਹੈਗੀ 84 ਦੀ ਉਹ ਅਸੀਂ ਨੀਲਾ ਤਾਰਾ ਦੀ ਕਰਾਂਗੇ। ਤੇ ਸਾਡਾ ਅਰਦਾਸ ਦਾ ਹੀ ਪ੍ਰੋਗਰਾਮ ਸੀਗਾ, ਦੂਸਰਾ ਕੋਈ ਬਾਹਰ ਦਾ ਨਹੀਂ ਸੀ, ਕਿਉਂਕਿ ਸਾਡੇ ਕੌਮੀ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਦਾ ਪ੍ਰੋਗਰਾਮ ਜਿਹੜਾ ਹੈ ਉਹ ਦਰਬਾਰ ਸਾਹਿਬ ਸੀਗਾ ਅੰਮ੍ਰਿਤਸਰ। ਉੱਥੇ ਇਹ ਘੱਲੂਘਾਰਾ ਜਿਹੜਾ ਉੱਥੇ ਮਨਾਇਆ ਜਾਂਦਾ। ਦਾਸ ਨੂੰ ਉਹਨਾਂ ਨੇ ਇਹ ਸੁਨੇਹਾ ਦਿੱਤਾ ਸੀਗਾ ਕਿ ਵੀ ਦਿੱਲੀ ਦੇ ਵਿੱਚ ਵੀ ਤੁਸੀਂ ਹਰ ਸਾਲ ਦੀ ਤਰ੍ਹਾਂ ਕਰਿਓ, ਕੋਈ ਗੱਲ ਨਹੀਂ, ਇੱਥੇ ਆਉਣ ਦੀ ਕੋਈ ਗੱਲ ਨਹੀਂ। ਅਸੀਂ ਉਹਨਾਂ ਦੇ ਹੁਕਮ ਅਨੁਸਾਰ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਿੱਲੀ ਪ੍ਰਦੇਸ਼ ਵੱਲੋਂ ਦਾਸ ਦੀ ਮੁੱਖ ਸੇਵਾਦਾਰ ਨੇ ਇਹ ਇਸ ਕਰਕੇ ਆਪਾਂ ਉਹਨਾਂ ਦੇ ਹੁਕਮ ਨੂੰ ਮੰਨਦਿਆਂ ਹੋਇਆਂ
ਅੱਜ ਉਸ ਘੱਲੂ ਘਾਰੇ ਨੂੰ ਹਰ ਸਾਲ ਦੀ ਤਰ੍ਹਾਂ ਆਪਾਂ ਅਰਦਾਸ ਇਹਦੇ ਕਰਵਾਈ ਹੈ। ਦੂਸਰੀ ਗੱਲ ਇਹ ਹੈ ਕਿ ਜਿਹੜਾ ਕਈ ਵਾਰੀ ਲੋਕ ਬਹੁਤ ਸਾਰੇ ਇਹ ਹੈ ਕਿ ਉਹ ਇਹ ਗੱਲ ਨੂੰ ਸਾਨੂੰ ਕਹਿੰਦੇ ਹੈ ਕਿ ਵੀ 84 ਦਾ ਜਿਹੜਾ ਹੈ ਨਾ ਉਹਨੂੰ ਭੁੱਲ ਜਾਓ। ਅਸੀਂ ਉਸ ਨੂੰ ਭੁੱਲ ਨਹੀਂ ਸਕਦੇ, ਪਰ ਇਹ ਫਿਰ ਵੀ ਸਾਨੂੰ ਇਹ ਡਰਾਵੇ ਕਿ ਆ। ਰਾਤ ਵੀ ਮੈਨੂੰ ਇੱਕ ਸਿੰਘ ਦਾ ਫੋਨ ਆਇਆ ਰਾਤੀ 1 ਵਜੇ, ਉਹ ਮੈਨੂੰ ਕਹਿੰਦਾ ਹੈ ਕਿ ਕੋਈ ਝਾਰਖੰਡ ਦਾ ਬੰਦਾ ਹੈ, ਮੇਰਾ ਪੜੋਸੀ ਹੈ, ਉਹ ਇਹ ਕਹਿੰਦਾ ਹੈ ਕਿ ਵੀ ਤੈਨੂੰ 84 ਯਾਦ ਕਰਾ ਦਿਆਂਗੇ। ਪਰ ਮੈਂ ਇਹਨਾਂ ਸਿੰਘਾਂ ਨੂੰ ਇਹ ਕਰਨਾ ਚਾਹੁੰਦਾ ਕਿ ਜਦੋਂ ਤੁਸੀਂ ਸ਼ਸਤਰਧਾਰੀ ਹੋਵੋ ਤੇ ਫਿਰ ਉਹਨੂੰ ਕਹੇ ਵੀ ਯਾਦ ਤਾਂ ਸਾਡੇ ਹੁਣ ਤੂੰ ਭੁੱਲੇ ਬੈਠੇ ਜੀ, ਤੂੰ ਤਾਂ ਯਾਦ ਹੀ ਕਰਾਤਾ, ਹੁਣ ਵੱਢ ਵੁੱਢ ਕੇ ਪਾਸੇ ਮਾਰਦਾ ਤੇ ਮੈਨੂੰ ਰਾਤ ਨੂੰ ਟੈਲੀਫੋਨ ਕਰਨ ਦੀ ਕੀ ਲੋੜ ਸੀਗੀ। ਉੱਤਮ ਨਗਰ ਸਾਈਡ ਤੇ ਰਹਿੰਦਾ ਉਹ ਮੁੰਡਾ ਕੋਈ। ਤੇ ਇਸ ਕਰਕੇ ਇਹ ਸਾਨੂੰ ਜਿਹੜਾ ਬਾਰ-ਬਾਰ ਜਲੀਲ ਕਰਦੇ ਨੇ, 84 ਕਰ ਦਿਆਂਗੇ, 84 ਤਾਂ ਤੁਸੀਂ ਕਰਕੇ ਦੇਖ ਵੀ ਲਈ। ਇਹ ਕੁਛ ਅੱਜ ਤੋਂ ਪਹਿਲੀ ਨਹੀਂ ਹੈ, ਕੋਈ ਜਿਹੜਾ ਦਰਬਾਰ ਸਾਹਿਬ ਦਾ ਅਟੈਕ ਵੀ ਹੈ ਉਹ ਵੀ 5ਵੀਂ ਵਾਰ ਹੋ ਚੁੱਕਿਆ ਹੈ। ਜਿਹੜਾ ਸਰਕਾਰਾਂ ਸਾਡੇ ਤੇ ਦਬਾਅ ਪਾਉਂਦੀਆਂ ਜਾਂ ਸਾਨੂੰ ਜਲੀਲ ਕਰਦੀਆਂ ਜਾਂ ਸਾਨੂੰ ਇਸ ਗੱਲ ਤੇ ਕਰਦੀਆਂ, ਜੋ ਅੱਜ ਤੁਸੀਂ ਦੇਖੋ ਕਿ ਪਾਰਲੀਮੈਂਟ ਜਿਹੜਾ ਨਵਾਂ ਬਣਾਇਆ ਇਹਨਾਂ ਨੇ, ਉਹ ਹਿੰਦੂ ਸੋਚ ਨਾਲ ਹਿੰਦੂ ਸਮਿਰਤੀ ਦੇ ਮੁਤਾਬਕ ਬਣਾਇਆ ਇਹਨਾਂ ਨੇ, ਕਿ ਜਦ ਕਿ ਉਹ ਸਾਡੀ ਜ਼ਮੀਨ ਗੁਰਦੁਆਰਾ ਰਕਾਬਗੰਜ ਦੀ ਜ਼ਮੀਨ ਹੈ, ਉਹ ਸਾਡੀ ਜ਼ਮੀਨ ਹੈ। ਇਸ ਕਰਕੇ ਇਹਨਾਂ ਨੂੰ ਇਹ ਨਹੀਂ ਬਣਾਉਣਾ ਚਾਹੀਦਾ ਸੀ। ਜੇ ਬਣਾਇਆ ਵੀ ਹੈ ਤੇ ਇਹ ਸਾਨੂੰ ਵਾਪਸ ਸਾਡੇ ਗੁਰਦੁਆਰੇ ਦੇ ਨਾਂ ਤੇ ਜਿਹੜੀ ਜ਼ਮੀਨ ਹੈ ਉਹ ਸਾਨੂੰ ਉਹ ਪਾਰਲੀਮੈਂਟ ਦੇ ਵਿੱਚ ਸਾਡਾ ਆਪਣਾ ਹਿੱਸਾ ਹੈ, ਸਾਨੂੰ ਆਪਣਾ ਉਹ ਅਸੀਂ ਆਪ ਚਲਾਵਾਂਗੇ, ਆਪਦੀ ਪ੍ਰਦਰਸ਼ਨੀ ਕਰੀਏ, ਕੁਛ ਵੀ ਲਗਾਈਏ। ਉਹ ਇਹਨਾਂ ਤੋਂ ਅਸੀਂ ਨਹੀਂ ਚਾਹੁੰਦੇ ਕਿ ਵੀ ਉਹ ਸਾਡੇ ਤੇ ਹਾਵੀ ਹੋ ਕੇ। ਨਹੀਂ, ਬਿਲਕੁਲ ਤੁਸੀਂ ਠੀਕ ਕਹਿ ਰਹੇ ਕਿ ਉਹ ਰਕਾਬਗੰਜ ਸਾਹਿਬ ਦੀ ਪਹਿਲੇ ਜਗ੍ਹਾ ਹੁੰਦੀ ਸੀਗੀ, ਸਾਰੇ ਜਿਹੜੀ ਜਗ੍ਹਾ ਹੁੰਦੀ ਸੀ, ਪਰ ਉਹ ਤਾਂ ਅੰਗਰੇਜ਼ ਸਰਕਾਰ ਨੇ ਉਸ ਸਮੇਂ ਲੈ ਲਈ ਸੀਗੀ ਨਾ ਵਾਪਸ, ਲੀਜ਼ ਤੇ ਲਈ ਸੀਗੀ। ਅੱਛਾ, ਅੰਗਰੇਜ਼ ਸਰਕਾਰ ਨੇ ਉਹ ਲਈ ਹੈ, ਉਹ ਲੀਜ਼ ਤੇ ਲਈ ਸੀਗੀ। ਲੀਜ਼ ਦਾ ਜਿਹੜੀ ਹੈ 99 ਸਾਲ ਦੀ ਹੈ, 2046 ਦੇ ਵਿੱਚ ਇਹ ਖਤਮ ਹੋ ਰਹੀ ਹੈ। ਸ਼ਾਇਦ ਹੋ ਸਕਦਾ ਕਿ ਇਹਨਾਂ ਨੇ ਇਸ ਵਾਸਤੇ ਵੀ, ਪਰ ਇਹ ਲੋਕਾਂ ਦੀਆਂ ਵੋਟਾਂ ਲੈਣ ਦੇ ਮਾਰੇ ਇਹ ਦਿਖਾਉਣਾ ਚਾਹੁੰਦੇ ਆ ਕਿ ਦੇਖੋ ਅਸੀਂ ਜੇ ਕਹਿੰਦੇ ਆ ਕਿ ਵੀ ਹਿੰਦੂ ਕੋਈ ਕੁਛ ਬਣਾ ਨਹੀਂ ਸਕੇ ਸੀਗੇ, ਤੇ ਕਮ ਸੇ ਕਮ ਮੋਦੀ ਨੇ ਇਹ ਪਾਰਲੀਮੈਂਟ ਬਣਾ ਦਿੱਤਾ ਹੈ ਨਾ, ਇਹ ਦੱਸਣਾ ਚਾਹੁੰਦੇ ਆ। ਤੇ ਇਸ ਕਰਕੇ ਜਿਹੜੀ ਜ਼ਮੀਨ ਹੈ ਅੰਗਰੇਜ਼ਾਂ ਨੇ ਲੀਜ਼ ਤੇ ਲਈ ਸੀਗੀ, ਇਹ ਲੀਜ਼ 2046 ਚ ਖਤਮ ਹੋਏਗੀ। ਇਸ ਕਰਕੇ ਇਹਨਾਂ ਦਾ ਵੈਸੇ ਵੀ ਕੋਈ ਅਧਿਕਾਰ ਨਹੀਂ ਹੈ ਇਹਦੇ ਉੱਤੇ ਕਿ ਉਹ ਪਾਰਲੀਮੈਂਟ ਬਣਾ ਲੈਣ। ਪਰ ਉਹਦੇ ਵਿੱਚ ਮੈਂ ਸੁਣਿਆ ਕਿ ਜਿਹੜੀ ਉਹਦੇ ਏਵਜ਼ ਦੇ ਵਿੱਚ ਜ਼ਮੀਨ ਜਿਹੜੀ ਹਰਿਆਣਾ ਦੇ ਵਿੱਚ ਦੇ ਦਿੱਤੀ ਗਈ ਹੈ ਸਰਨਾ ਸਰਕਾਰ ਦੇ ਵੇਲੇ। ਹਾਂ, ਉਹ ਜਿਹੜੀ ਜ਼ਮੀਨ ਹੈ 300 ਏਕੜ ਜ਼ਮੀਨ ਹੈਗੀ, ਉਹ ਹੈਗੀ ਹੈ ਵਿਗੜ, ਫਤਿਆਬਾਦ ਦੇ ਜ਼ਿਲ੍ਹੇ ਦੇ ਵਿੱਚ ਹੈਗੀ, ਵਿਗੜ ਜਗ੍ਹਾ ਹੈਗੀ, ਉਹ 300 ਏਕੜ ਹੈ। ਪਰ ਉਹ ਜਿਹੜੀ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਡਰ 'ਚ ਹੈ। ਪਰ ਉਹ ਵੀ ਇਸ ਤਰ੍ਹਾਂ ਹੈ ਕਿ ਲੋਕ ਜਿਹੜੇ ਉੱਥੋਂ ਦੇ ਪੁਰਾਣੇ ਲੋਕ ਹੈ ਜਿਨ੍ਹਾਂ ਕੋਲ ਹੈਗੀ ਹੈ, ਕਿਸੇ ਕੋਲੇ 100 ਰੁਪਏ 'ਚ ਹੈ ਕਿੱਲਾ, ਕਿਸੇ ਕੋਲੇ 200 ਰੁਪਏ 'ਚ ਕਿੱਲਾ ਹੈ, ਕੋਈ ਦਿੰਦਾ ਕੋਈ ਦਿੰਦਾ ਹੀ ਨਹੀਂ ਹੈ। ਇਸ ਕਰਕੇ ਉਹ ਉਸ ਜ਼ਮੀਨ ਨੂੰ ਲੋਕ ਹੀ ਵਾਹ ਰਹੇ ਹੈ, ਕਿਉਂਕਿ ਇਹ ਡਰਦੇ ਹੈ ਉਸ ਜ਼ਮੀਨ ਦੇ ਬਾਰੇ। ਜਾਂ ਪਿੱਛੇ ਜੇ ਗੱਲ ਸੀ ਆ ਜਿਹੜੀਆਂ ਪਿੱਛੇ 12 ਕੋਠੀਆਂ ਹੋਰ ਨੇ ਆਪਣੀਆਂ, ਇਹ ਵੀ ਗੁਰਦੁਆਰਾ ਸਾਹਿਬ ਦੇ ਨਾਂ ਤੇ। ਜਦੋਂ ਮੈਂ ਸਰਨਾ ਸਾਹਿਬ ਨੇ ਇੱਥੇ ਪਾਰਕਿੰਗ ਬਣਾਉਣ ਦੀ ਗੱਲ ਕਰੀ ਸੀ, ਉਦੋਂ ਮੈਂ ਕਿਹਾ ਸੀ ਵੀ ਜੇ ਸਰਕਾਰ ਤੁਹਾਨੂੰ ਆਹ ਨਹੀਂ ਕਹਿੰਦੀ ਵੀ ਮਨਾਓ, ਪਾਰਲੀਮੈਂਟ ਨੇੜੇ ਹੈ, ਤੇ ਕਮ ਸੇ ਕਮ ਇਹ 12 ਲੈ ਲਓ, ਫਿਰ ਪਿੱਛੇ ਕਰ ਲਓ, ਪਿੱਛੇ ਪਾਰਕਿੰਗ ਬਣਾ ਲਓ। ਇਹ ਆਪਾਂ ਉਹਨਾਂ ਨੂੰ ਕਿਹਾ ਸੀ। ਪਰ ਇਹ ਲੋਕ ਆਪਦੇ ਵਪਾਰਾਂ ਤੋਂ ਜਾਂ ਆਪਦੇ ਅਹੁਦਿਆਂ ਤੋਂ ਨਾ ਖੋਹ ਲੈਣ, ਕਿਉਂਕਿ ਉਹਨਾਂ ਨਾਲ ਮਿਲੇ ਹੋਏ ਲੋਕ ਹੈ। ਜੇ ਪਹਿਲੇ ਸਰਨਾ ਸੀ ਉਹ ਕਾਂਗਰਸ ਨਾਲ ਮਿਲਿਆ, ਆ ਪਤਾ ਹੀ ਨਹੀਂ ਹੁਣ ਕਿਹਦੇ ਨਾਲ ਮਿਲੇ ਵੇ, ਇਹਨਾਂ ਦਾ ਤਾਂ ਪਤਾ ਹੀ ਨਹੀਂ ਹੈ। ਤੇ ਇਸ ਕਰਕੇ ਇਹ ਉਹ ਗੱਲ ਨੂੰ ਉਠਾਉਣਾ ਨਹੀਂ ਚਾਹੁੰਦੇ, ਚੁੱਪ ਰਹਿੰਦੇ ਨੇ, ਕਿਉਂਕਿ ਆਪਦਾ ਇਹ ਉੱਲੂ ਸਿੱਧਾ ਕਰ ਰਹੇ ਨੇ, ਨਾ ਕਿ ਇਹ ਕਿਸੇ ਕੌਮ ਦਾ ਸਮਾਰ ਰਹੇ ਨੇ। ਤੇ ਕੀ ਕਹਿਣਾ ਚਾਹੋਗੇ? ਤਕਰੀਬਨ 39 ਸਾਲ ਹੋ ਗਏ ਅੱਜ ਘੱਲੂ ਘਾਰੇ ਨੂੰ ਸੰਗਤ ਮਨਾਉਂਦੀ ਹੈ ਦੁਨੀਆ ਭਰ ਦੇ ਵਿੱਚ ਵੱਡੇ ਪੱਧਰ ਤੇ। ਉਹ ਸ਼ਹੀਦਾਂ ਨੂੰ ਜਿਹੜਾ ਹੈਗਾ ਜੋ ਕਿ ਨਮਸਕਾਰ ਕੀਤਾ ਜਾਂਦਾ ਹੈਗਾ, ਹੈ ਨਾ, ਸਜਦਾ ਕੀਤਾ ਜਾਂਦਾ। ਅੱਜ ਵੀ ਸੰਗਤ ਜੁੜੀ। ਮੈਂ ਚਾਹਾਂਗਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਅੰਮ੍ਰਿਤਸਰ ਦੇ ਨੁਮਾਇੰਦੇ ਵੀ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਵੀ ਵੱਖ-ਵੱਖ ਥਾਵਾਂ ਤੋਂ ਦਿੱਲੀ ਵਿੱਚ ਅਰਦਾਸ ਕਰਨ ਵਾਸਤੇ ਇੱਥੇ ਪਹੁੰਚੇ ਆ। ਉਹ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਆਪਾਂ ਜ਼ਰੂਰ ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਾਂਗੇ। ਸੰਸਾਰ ਸਿੰਘ ਜੀ, ਕੀ ਸਮਝਦੇ ਹੋ ਕਿ ਵੀ ਕੀ ਲੱਗਦਾ ਹੈਗਾ ਕਿ ਤੁਸੀਂ ਤਾਂ ਉਸ ਸਮੇਂ ਦਿੱਲੀ ਦੇ ਵਿੱਚ ਹੀ ਸੀਗੀ, ਦਿੱਲੀ ਦੀ ਵਿੱਚ ਉਸ ਸਮੇਂ ਕੀ ਘਟਨਾ ਵਾਪਰੀ ਸੀਗੀ? ਉਹਦੇ ਤੁਸੀਂ ਦਿੱਲੀ ਸੀਗੇ ਉਸ ਟਾਈਮ? ਪਹਿਲਾਂ ਮੈਂ ਜਾਣਨਾ ਚਾਹਾਂਗਾ ਤੁਹਾਡੇ। ਬਿਲਕੁਲ, ਮੈਂ ਦਿੱਲੀ ਸੀਗਾ। ਮੈਂ ਸੰਨ 70 'ਚ ਦਿੱਲੀ ਆਇਆ ਸੀਗਾ। ਦਿੱਲੀ ਦੇ ਵਿੱਚ ਆਉਂਦੇ ਸਾਰ ਮੈਨੂੰ ਸੈਂਟਰਲ ਬੈਂਕ ਆਫ ਇੰਡੀਆ ਦੀ ਨੌਕਰੀ ਮਿਲ ਗਈ, ਤੇ ਨੌਕਰੀ ਵੀ ਠੀਕ ਚੱਲਦੀ ਸੀ, ਕਿਉਂਕਿ ਉਹਨਾਂ ਵੇਲਿਆਂ 'ਚ ਸਾਰਾ 84 ਤੋਂ ਪਹਿਲੇ ਮਾਹੌਲ ਵੀ ਠੀਕ ਹੀ ਹੁੰਦਾ ਸੀਗਾ। ਤੇ ਦਾਸ ਦਾ ਜਿਹੜਾ ਮਕਾਨ ਸੀਗਾ, ਇੱਕ ਸ਼ਾਲੀਮਾਰ ਮਕਾਨ ਸੀਗਾ ਮੇਰਾ,
ਉਹਦੇ 'ਚ ਦਿੱਲੀ ਦਿਹਾਤ ਜ਼ਿਲ੍ਹਾ ਕਾਂਗਰਸ ਦਾ ਦਫ਼ਤਰ ਵੀ ਸੀਗਾ, ਜਿਹਦਾ ਭਗਤ ਤੇ ਸੱਜਣ ਸੈਕਟਰੀ ਹੁੰਦੇ ਸੀਗੇ, ਤੇ ਆਪਣਾ ਚੌਧਰੀ ਹੀਰਾ ਸਿੰਘ ਪ੍ਰੈਜ਼ੀਡੈਂਟ ਹੁੰਦਾ ਸੀਗਾ, ਜਿਹਦੇ ਨਾਂ ਤੇ ਅੱਜ ਸਬਜ਼ੀ ਮੰਡੀ ਬਣੀ ਵੀ ਹੈ ਜਿਹੜੀ ਚੌਧਰੀ ਹੀਰਾ ਸਿੰਘ ਦੇ ਨਾਂ ਤੇ, ਉਹ ਪ੍ਰੈਜ਼ੀਡੈਂਟ ਹੁੰਦਾ ਸੀ। ਜਿਸ ਦਿਨ ਦਰਬਾਰ ਸਾਹਿਬ ਤੇ ਅਟੈਕ ਹੋਇਆ ਉਸੇ ਦਿਨ ਮੈਂ ਇਹ ਕਿਹਾ ਕਿ ਵੀ ਇਹ ਜਿਹੜਾ ਦਫ਼ਤਰ ਹੈ, ਕਿਉਂਕਿ ਮੇਰੇ ਕਿਰਾਏਦਾਰ ਤਾਂ ਹੈ ਨਹੀਂ ਸੀਗੇ, ਉਹ ਸਿਰਫ ਸਮਰਥਨ ਹੀ ਸੀ ਉਹਨਾਂ ਦਾ, ਉਹ ਦੇ ਰੱਖਿਆ ਸੀ। ਮੈਂ ਆਖਿਆ ਵੀ ਇਹ ਜਿਹੜਾ ਦਫ਼ਤਰ ਹੈ ਤੁਸੀਂ ਇਹਨੂੰ ਉਠਾਓ, ਇਸ ਕਰਕੇ ਤੁਸੀਂ ਇੱਥੇ ਨਹੀਂ ਰਹਿ ਸਕਦੇ, ਤੁਸੀਂ ਸਾਡਾ ਐਡਾ ਵੱਡਾ ਘਰ ਹੀ ਢਾਹ ਦਿੱਤਾ, ਸੀ ਤੁਹਾਥੋਂ ਕੀ ਲੈਣਾ, ਜਿਹੜਾ ਸਾਡਾ ਸਰਦਾ ਦਾ ਜਗ੍ਹਾ ਹੈ ਉਹ ਨਹੀਂ ਢਾਹ ਦਿੱਤੀ, ਅਕਾਲ ਤਖ਼ਤ ਸਾਹਿਬ ਢਾਹ ਕਰ ਦਿੱਤਾ ਹੈ, ਹਰਿਮੰਦਰ ਸਾਹਿਬ ਨੂੰ ਤੁਸੀਂ ਨੁਕਸਾਨ ਪਹੁੰਚਾਇਆ, ਲੱਖਾਂ ਸਿੰਘ ਸਿੰਘਣੀਆਂ ਬੱਚੇ ਸਾਰੇ ਇਹ ਜਿਹੜੇ ਤੁਸੀਂ ਸ਼ਹੀਦ ਕਰਿਆ ਨਿਰਦੋਸ਼ ਕੀਤੇ ਹੈ। ਇੱਥੋਂ ਤੱਕ ਵੀ ਹੈ ਕਿ 8 ਦਿਨਾਂ ਦੀ ਬੱਚੇ ਨੂੰ ਵੀ ਸ਼ਹੀਦ ਕੀਤਾ ਗਿਆ। ਭਾਈ ਰਸਪਾਲ ਸਿੰਘ ਸੀਗਾ ਸ਼ਾਇਦ ਉਹਦੇ ਫਾਦਰ ਦਾ ਨਾਂ, ਇਹ ਬੀਬੀ ਜਿਹੜੀ ਆਪਣੀ ਆ ਪ੍ਰੀਤਮ ਕੌਰ, ਇਹਦਾ ਬੱਚਾ ਸੀਗਾ, ਉਹ 8 ਦਿਨਾਂ ਦਾ ਹੀ ਸੀਗਾ ਹਲੇ। ਤੇ ਆਪਾਂ ਇਹਨਾਂ ਸਰਕਾਰਾਂ ਨੂੰ ਇਹ ਪੁੱਛਣਾ ਚਾਹੁੰਦੇ ਆ ਕਿ ਉਹ ਕੀ 8 ਦਿਨਾਂ ਦੇ ਬੱਚੇ ਨੂੰ ਵੀ ਤੁਸੀਂ ਇਹ ਮੰਨਦੇ ਹੋ ਕਿ ਉਹ ਤੁਹਾਡੇ ਨਾਲ ਸੰਘਰਸ਼ ਕਰ ਰਿਹਾ ਸੀਗਾ? ਇਸ ਕਰਕੇ ਸਾਡਾ ਜਿਹੜਾ ਕੁਲ ਨਾਸ਼ ਕਰਨਾ ਚਾਹੁੰਦੇ ਆ ਇਹ ਲੋਕ, ਭਾਵੇਂ ਉਹ ਭਾਰਤੀ ਜਨਤਾ ਪਾਰਟੀ ਹੋਵੇ, ਭਾਵੇਂ ਉਹ ਸਾਡਾ ਕਾਂਗਰਸ ਹੋਵੇ, ਜਾਂ ਕੋਈ ਹੋਰ ਆ ਜਿਹੜਾ ਹੁਣ ਟੋਪੀ ਜੀ ਵਾਲਾ ਆ ਗਿਆ ਇਹ ਹੋਵੇ, ਇਹ ਸਾਡਾ ਜਿਹੜਾ ਕੁਲ ਨਾਸ਼ ਜਿਹੜਾ ਕਰਨ ਨੂੰ ਫਿਰਦੇ ਆ। ਪਰ ਸਾਡੇ ਤੇ ਦਸ਼ਮੇਸ਼ ਪਿਤਾ ਦਾ ਹੱਥ ਹੈ ਤੇ ਨਾ ਕੋਈ ਅੱਜ ਤੱਕ ਕਰ ਸਕਿਆ ਤੇ ਨਾ ਕਰ ਸਕਦਾ। ਤੇ ਮੈਂ ਥੋੜਾ ਜਾਣਨਾ ਚਾਹਾਂ ਕਿ ਉਸ ਸਮੇਂ ਕੀ, ਜਦੋਂ ਤੁਹਾਨੂੰ ਪਤਾ ਲੱਗਾ ਦਿੱਲੀ ਦੇ ਵਿੱਚ, ਉਦੋਂ ਕੀ ਹਲਚਲ ਸੀਗੀ ਦਿੱਲੀ ਦੇ ਵਿੱਚ, ਔਰ ਦਿੱਲੀ ਦੀ ਸਿੱਖ ਰਾਜਨੀਤੀ ਉਦੋਂ ਕਿੱਥੇ ਸੀ? ਜਦੋਂ ਇਹ 84 ਦਾ ਘੱਲੂਘਾਰਾ ਸ਼ੁਰੂ ਹੋਇਆ, 1 ਤਰੀਕ ਤੋਂ ਇਹ ਸ਼ੁਰੂ ਹੋਇਆ ਸੀਗਾ ਅਟੈਕ ਜਿਹੜਾ ਕਰਨਾ ਸੀ ਇਹਨਾਂ ਨੇ, ਪਰ ਤਿਆਰੀ ਤਾਂ ਇਹਨਾਂ ਦੀ ਬਹੁਤ ਪਹਿਲਾਂ ਤੋਂ ਹੀ ਹੋ ਚੁੱਕੀ ਸੀਗੀ। 1 ਤਰੀਕ ਨੂੰ ਇਹ ਸ਼ੁਰੂ ਹੋਇਆ ਤੇ ਜਾ ਕੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ 6 ਤਰੀਕ ਨੂੰ ਇਹਨਾਂ ਦੀ ਜਿਹੜੀ ਹੈ ਦੇਹ ਸੀਗੀ ਉਹ ਮਿਲੀ ਸੀਗੀ ਇਹਨਾਂ ਨੂੰ। ਤੇ ਪਹਿਲਾਂ ਜਿਹੜਾ 4 ਤਰੀਕ ਨੂੰ ਜਿਹੜੇ 1 ਲੱਖ ਬੰਦਿਆਂ ਨੇ ਮਰਜੀਵੜਿਆਂ ਨੇ ਅਰਦਾਸ ਕਰੀ ਸੀਗੀ ਕਿ ਸੰਤ ਜੀ ਤੁਹਾਡਾ ਜਿੱਥੇ ਪਸੀਨਾ ਬਹੇਗਾ ਉੱਥੇ ਸਾਡਾ ਖੂਨ ਬਹੇਗਾ। ਉਹਨਾਂ ਦੇ ਵਿੱਚ ਜਿਹੜੇ ਭਗੌੜੇ ਹੈ ਉਹ ਅਮਰਜੀਤ ਸਿੰਘ ਚਾਵਲਾ, ਤੁਹਾਡਾ ਰਜਿੰਦਰ ਸਿੰਘ ਮਹਿਤਾ ਤੇ ਬਿਰਸਾ ਸਿੰਘ ਬਲਟੋਹਾ, ਇਹ ਸਭ ਤੋਂ ਪਹਿਲੇ ਹੱਥ ਖੜੇ ਕਰਕੇ ਆਏ, ਉਧਰ ਭੱਜ ਕੇ ਆਏ। ਔਰ ਰਾਮੋਵਾਲੀਆ ਦਾ ਤੁਹਾਨੂੰ ਪਤਾ ਹੀ ਹੈ ਕਿ ਵੀ ਉਹ ਵੀ ਹੱਥ ਖੜੇ ਕਰਕੇ ਹੀ ਆਏ ਸੀ, ਜਿਹੜੇ ਉਦੋਂ ਉਹ ਸੈਕਟਰੀ ਹੁੰਦਾ ਸੀਗਾ ਸ਼੍ਰੋਮਣੀ ਕਮੇਟੀ ਦਾ। ਇਸ ਕਰਕੇ ਇਹਨਾਂ ਨੇ ਸਭ ਨੇ ਹੱਥ ਖੜੇ ਕਰਕੇ ਆਏ ਹੈ। ਅੱਜ ਉਹੀ ਇਹਨਾਂ ਗੱਲਾਂ ਨੂੰ ਜਿਨ੍ਹਾਂ ਨੇ ਅਟੈਕ ਕਰਵਾਇਆ, ਉਹੀ ਲੋਕ ਇਹ ਹੁਣ ਬਈ ਸੋਚਦੇ ਆ ਕਿ ਨਵੀਂ ਪੀੜ੍ਹੀ ਆ ਉਹ ਭੁੱਲ ਗਈ ਹੋਣੀ ਹੈ ਤੇ ਉਹ ਹੀ ਉਹਦਾ ਵਾਸਤੇ ਗੱਲਾਂ ਕਰਦੇ ਨੇ ਕੌਮ ਦਾ, ਜਦ ਕਿ ਇਹਨਾਂ ਨੇ ਸਾਰਾ ਜਿੰਨਾ ਵੀ ਕੰਮ ਕੀਤਾ ਸੀਗਾ ਉਹ ਇਸ ਵਾਸਤੇ ਕੀਤਾ ਸੀਗਾ ਕਿ ਵੀ ਜਿਹੜਾ ਸਰਕਾਰ ਹੈ ਉਹ ਬਦਲਣ ਵਾਸਤੇ ਤੇ ਅਸੀਂ ਕੋਈ ਪ੍ਰਧਾਨ ਬਣੀਏ, ਕੋਈ ਸੈਕਟਰੀ ਬਣੀਏ। ਉਹ ਇਸ ਵਾਸਤੇ ਇਹਨਾਂ ਨੇ ਇੱਕ ਚਾਲ ਕਰਕੇ ਆਪ ਜਿਹੜਾ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਗੁਰਚਰਨ ਸਿੰਘ ਤੋੜਾ, ਲੌਂਗੋਵਾਲ ਨੇ ਮਿਲ ਕੇ ਇਹ ਸਾਰਾ ਅਟੈਕ ਸਹਿਮਤੀ ਨਾਲ ਕਰਵਾ ਕੇ ਦਿੱਤਾ ਹੈਗਾ, ਜਿਹਦੇ ਵਿੱਚ ਇਹ ਨਹੀਂ ਆਪਾਂ ਕਹਿ ਸਕਦੇ ਕਿ ਵੀ ਇੰਦਰਾ ਗਾਂਧੀ ਨੇ ਹੀ ਇਕੱਲੀ ਨੇ ਅਟੈਕ ਕੀਤਾ ਹੈ। ਇਹਦੇ ਵਿੱਚ ਭਾਰਤੀ ਜਨਤਾ ਪਾਰਟੀ ਵੀ ਸ਼ਾਮਲ ਸੀ। ਜਿਹੜਾ ਤੁਸੀਂ ਦੇਖਿਆ ਕਿ LK ਅਡਵਾਨੀ ਜੀ ਹੈ, ਉਹਨੇ ਇੱਕ ਬੁੱਕ ਲਿਖੀ ਹੈ ਮਾਈ ਲਾਈਫ ਮਾਈ ਕੰਟਰੀ। ਉਹਦੇ ਵਿੱਚ ਇਹਨੇ ਬਕਾਇਦਾ ਕਿਹਾ ਕਿ ਇੰਦਰਾ ਗਾਂਧੀ ਅਟੈਕ ਨਹੀਂ ਕਰਦੀ ਸੀਗੀ, ਅਸੀਂ ਦਬਾਅ ਪਾ ਕੇ ਕਰਵਾਇਆ। ਇੰਦਰਾ ਗਾਂਧੀ ਨਹੀਂ ਕਰਦੀ ਸੀ, ਅਸੀਂ ਦਬਾਅ ਪਾਇਆ। ਇਸ ਕਰਕੇ ਸਹਿਮਤੀ ਇਹਨਾਂ ਸਾਰੇ ਲੋਕਾਂ ਦੀ ਸੀ, ਕਿਉਂਕਿ ਸਾਨੂੰ ਸਿੱਖ ਕੌਮ ਨੂੰ ਇਹ ਅੱਡ ਸਮਝਦੇ ਆ ਆਪਣੇ ਨਾਲੋਂ। ਇਸ ਕਰਕੇ ਸਾਡੇ ਨਾਲ ਜਿਹੜਾ ਜ਼ੁਲਮ ਔਰ ਧੱਕਾ ਹੋ ਰਿਹਾ। ਤੇ ਕੀ ਲੱਗਦਾ ਕਿ ਉਦੋਂ ਜਿਹੜੇ ਦਿੱਲੀ ਦੇ ਵਿੱਚ ਬਹੁਤ ਸਾਰੇ ਸਿੱਖ ਲੀਡਰ ਸੀਗੇ, ਗਿਆਨੀ ਜੈਲ ਸਿੰਘ ਸੀਗੇ ਹੈ ਨਾ, ਔਰ ਪੰਜਾਬ ਦੇ ਵਿੱਚ ਵੀ ਚੀਫ ਮਿਨਿਸਟਰ ਦਰਬਾਰਾ ਸਿੰਘ ਹਰੇ ਉਸ ਸਮੇਂ ਜੋ ਸੀਗੇ, ਤੇ ਇਹਨਾਂ ਦੀ ਕੀ ਹਲਚਲ ਸੀਗੀ ਉਸ ਸਮੇਂ? ਹਲਚਲ ਤੁਸੀਂ ਦੇਖਿਆ ਕਿ ਜਦੋਂ ਆਪਣਾ ਗਿਆਨੀ ਜੈਲ ਸਿੰਘ ਰਾਸ਼ਟਰਪਤੀ ਬਣਾਇਆ ਉਹਨਾਂ ਨੇ, ਇੰਦਰਾ ਗਾਂਧੀ ਨੇ, ਉਹ ਜਿਹੜੀ ਮੈਂ ਪਹਿਲਾਂ ਬੇਨਤੀ ਕਰ ਹੀ ਚੁੱਕਿਆ ਕਿ ਇਹ ਲੋਕ ਸਵਾਰਥੀ ਹੋ ਚੁੱਕੇ ਨੇ, ਅਹੁਦਿਆਂ ਦੇ ਵੀ ਹੋ ਚੁੱਕੇ ਹੈ, ਪੈਸੇ ਧੇਲੇ ਦੇ ਵੀ ਹੋ ਚੁੱਕੇ ਹੈ, ਪਰ ਉਹਨਾਂ ਨੇ ਵੀ ਇਹੋ ਜਿਹੇ ਆਸ਼ੀਰਵਾਦ ਦੇ ਕੇ ਹੀ ਇਹਨਾਂ ਲੋਕਾਂ ਨੂੰ ਥਾਪਿਆ ਹੁੰਦਾ। ਇਸ ਕਰਕੇ ਕੁਝ ਵੀ ਨਹੀਂ ਬੋਲਦੇ, ਨਾ ਇਹਨਾਂ ਤੇ ਤਾਂ ਆਪ ਹੀ ਚੁੱਪ ਕਰਕੇ ਬੈਠੇ ਰਹੇ, ਕੋਈ ਨਹੀਂ ਬੋਲਿਆ ਇਹਨਾਂ ਦਾ। ਤੇ ਇਸ ਕਰਕੇ ਜਿਵੇਂ ਅੱਜ ਹੈਗੀ ਹੈ ਜਿਹੜਾ ਆਪਣਾ ਨਵਾਂ ਪਾਰਲੀਮੈਂਟ ਬਣਿਆ ਇਹਨਾਂ ਨੇ ਬਣਾਇਆ, ਕਿਉਂਕਿ ਇਹ ਦਲਿਤ ਸਮਾਜ ਨਾਲ
ਘੱਟ ਗਿਣਤੀਆਂ ਨਾਲ ਇਹ ਜਿਹੜਾ ਵਿਤਕਰਾ ਹੈ ਇਹ ਚੱਲਦਾ ਹੈ। ਤੇ ਜੇ ਕਿਤੇ ਦੇਖੋ ਇੱਕ ਰਾਸ਼ਟਰਪਤੀ ਹੈ, ਉਹ ਇੱਕ ਦਲਿਤ ਔਰਤ ਹੋਣ ਦੇ ਨਾਤੇ ਉਸ ਤੋਂ ਉਦਘਾਟਨ ਨਹੀਂ ਕਰਾਇਆ ਗਿਆ, ਔਰ ਮੋਦੀ ਨੇ ਉਦਘਾਟਨ ਕੀਤਾ ਉਹਦਾ, ਕਿਉਂਕਿ ਇਹ ਬ੍ਰਾਹਮਣਵਾਦ ਜਿਹੜਾ ਪੈਦਾ ਕਰ ਰਹੇ ਨੇ। ਤੇ ਕੀ ਲੱਗਦਾ 39 ਸਾਲਾਂ ਬਾਅਦ ਵੀ ਘੱਲੂਘਾਰੇ ਦੇ ਜ਼ਖਮ ਜਿਹੜੇ ਨਾ ਸਿੱਖਾਂ ਦੇ ਦਿਲਾਂ ਦੇ ਵਿੱਚ ਜਿਉਂਦੇ ਆ, ਉਸੇ ਤਰੀਕੇ ਹਰੇ ਹੋ ਜਾਂਦੇ ਆ ਜਦੋਂ ਦਿਨ ਆਉਂਦੇ ਹੈਗੇ ਆ ਕਿ ਕੋਈ ਵੀ ਚੰਗਾ ਕੰਮ ਜਿਹੜਾ ਨਾ ਜਾਂ ਕਿਸੇ ਦਾ ਕੋਈ ਲੋਕ ਆਪਣੇ ਜਨਮ ਦਿਨ ਵੀ ਨਹੀਂ ਮਨਾਉਂਦੇ, ਜੇ ਕੋਈ ਆਪਣੇ ਵਿਆਹ ਦੇ ਕੋਈ ਕਾਰਜ ਵੀ ਇਹਨਾਂ ਦਿਨਾਂ 'ਚ ਨਹੀਂ ਰੱਖਦਾ, ਕਿਤੇ ਨਾ ਕਿਤੇ ਇੱਕ ਵਿਰਾਗ ਰਹਿੰਦਾ ਹੈਗਾ। ਸੋ ਕੀ ਲੱਗਦਾ ਕਿ ਅੱਜ ਤੱਕ ਲੋਕੀ 39 ਸਾਲ ਹੋ ਗਏ, ਅੱਜ ਵੀ ਲੋਕੀ ਜਿਹੜਾ ਹੈਗਾ ਨਾ ਉਹਨਾਂ ਦੇ ਜ਼ਖਮ ਹਰੇ ਹੋ ਜਾਂਦੇ ਆ? ਦੇਖੋ ਇਹ ਸਾਡੇ ਨਾਲ ਇੱਕ ਬਹੁਤ ਵੱਡਾ ਧੱਕਾ ਔਰ ਜ਼ੁਲਮ ਸਾਡੇ ਤੇ ਹੋਇਆ, ਉਹਨੂੰ ਕਦੇ ਭੁੱਲਣ ਯੋਗ ਹੀ ਨਹੀਂ ਹੈ, ਔਰ ਨਾ ਅਸੀਂ ਉਹਨੂੰ ਭੁੱਲਾਂਗੇ। ਜਦ ਇਹ ਪਤਾ ਨਹੀਂ ਕਿੰਨੇ ਸਾਲ ਹੋ ਗਏ ਰਾਵਣ ਔਰ ਉਸ ਨੂੰ ਰਾਮ ਨੂੰ, ਇਹ ਅੱਜ ਤੱਕ ਉਹਨੂੰ ਨਹੀਂ ਭੁੱਲੇ। ਸਾਡਾ ਤਾਂ ਥੋੜਾ ਜਿਹਾ ਹੀ ਟਾਈਮ ਹੋਇਆ, ਅਸੀਂ ਕਿਵੇਂ ਭੁੱਲ ਜਾਈਏ? ਅਸੀਂ ਇਹਨੂੰ ਨਹੀਂ ਭੁੱਲ ਸਕਦੇ, ਕਿਉਂਕਿ ਸਾਨੂੰ ਇਹ ਨਹੀਂ ਗੱਲ ਕਿ ਵੀ ਆਪਾਂ ਨੂੰ ਆਹੀ ਟਾਈਮ ਆਪਾਂ ਨੂੰ ਯਾਦ ਆਉਂਦਾ ਸਿੱਖਾਂ ਨੂੰ, ਇਹ ਨਹੀਂ ਗੱਲ। ਯਾਦ ਹਮੇਸ਼ਾ ਹੀ ਰਹਿੰਦਾ ਤੇ ਗਿਆ ਹੀ ਨਹੀਂ, ਮਨ ਚੋਂ ਹੀ ਨਹੀਂ ਨਿਕਲਿਆ ਹਲੇ ਤੱਕ। ਉਦੋਂ ਤੋਂ ਹੀ ਹਲੇ ਵੀ ਆਪਣੇ ਸਾਰੇ ਸਿੱਖਾਂ ਦੇ ਮਨ 'ਚ ਹਾਂ ਥੋੜੇ ਸਵਾਰਥੀ ਲੋਕ ਹੈ, ਦੁੱਖ ਤਾਂ ਉਹ ਵੀ ਮਨਾਉਂਦੇ ਆ, ਪਰ ਉਹਨਾਂ ਨੂੰ ਇਹ ਹੁੰਦਾ ਕਿ ਸਾਡਾ ਨਾ ਕੁਝ ਖੋਇਆ ਜਾਵੇ, ਆਪਦੇ ਖੋਣ ਤੋਂ ਡਰਦੇ ਆ। ਬਾਕੀ ਤਾਂ ਕੋਈ ਅਸੀਂ ਇਹਨੂੰ ਗੱਲ ਨੂੰ ਭੁੱਲ ਨਹੀਂ ਸਕਦੇ। ਠੀਕ ਹੈ। ਸੋ ਆਪਾਂ ਹੋਰ ਵੀ ਸੰਗਤਾਂ ਨਾਲ ਗੱਲਬਾਤ ਕਰਨਾ ਚਾਹਾਂਗੇ। ਕੀ ਕਹਿਣਾ ਚਾਹੋਗੇ ਭਾਈ ਸਾਹਿਬ, ਕੀ ਨਾਮ ਹੈ? ਮੇਰਾ ਨਾਮ ਗੁਰਦੀਪ ਸਿੰਘ, ਹਾਂਜੀ, ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਤੇ ਦਿੱਲੀ ਦੀ ਪ੍ਰਦੇਸ਼ ਤੋਂ ਮੀਤ ਪ੍ਰਧਾਨ ਸਰਦਾਰ ਸਾਡੇ ਪ੍ਰਧਾਨ ਜੀ ਸਰਦਾਰ ਧਨਸਾਰ ਸਿੰਘ ਜੀ, ਤੇ ਉਹਨਾਂ ਨੇ ਇਹ ਪ੍ਰੋਗਰਾਮ ਰੱਖਿਆ ਕਿ ਜਿਹੜਾ 1984 ਦੇ ਦੰਗਿਆਂ ਦਾ, ਜਿਹੜੇ ਕਿ ਸਾਡੀ ਘੱਲੂਘਾਰਾ ਜਿਹੜਾ ਉਸ ਟਾਈਮ ਤੇ ਬਹੁਤ ਸਾਰੀਆਂ ਬੰਦਿਆਂ ਨੇ ਜੁੜ ਕੇ ਇਹ ਘੱਲੂਘਾਰਾ ਕੀਤਾ, ਜਿਹੜਾ ਕਿ ਐਡਾ ਵੱਡਾ ਨੁਕਸਾਨ ਨਾ ਅਸੀਂ ਅੱਜ ਤੱਕ ਛੱਡਾਂਗੇ ਤੇ ਨਾ ਅਸੀਂ ਭੁੱਲ ਸਕਦੇ ਹਾਂ। ਇਹ ਤੇ ਰਹਿੰਦੀ ਦੁਨੀਆ ਤੱਕ ਰਹਿੰਦਾ ਰਹੇਗਾ, ਕਿਉਂਕਿ ਇਹ ਜਿਹੜੀ ਸਾਡਾ ਇੱਕ ਪਾਵਰ ਸੀ, ਸਾਡੀ ਇੱਕ ਅਕਾਲ ਤਖਤ ਦੀ ਸਭ ਤੋਂ ਵੱਡੀ ਪਾਵਰ ਹੈਗੀ ਹੈ, ਤੇ ਹੈ ਪਹਿਲਾਂ ਵੀ ਸੀ ਤੇ ਹੁਣ ਵੀ ਹੈ। ਲੇਕਿਨ ਉਸ ਅਕਾਲ ਤਖਤ ਦੀ ਪਾਵਰ ਨੂੰ ਇਹਨਾਂ ਨੇ ਸਾਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ, ਔਰ ਇੰਨੀ ਸੰਗਤਾਂ ਸ਼ਹੀਦ ਹੋਈਆਂ, ਦਿੱਲੀ 'ਚ ਵੀ ਸ਼ਹੀਦ ਹੋਏ। ਇੱਕ ਕਾਹਦੇ ਵਾਸਤੇ ਕੀਤਾ ਗਿਆ? ਸਿਰਫ ਇੱਕ ਸਿੱਖ ਕੌਮ ਨੂੰ ਕਮਜ਼ੋਰ ਕਰਨ ਵਾਸਤੇ, ਹੋਰ ਕੋਈ ਉਹਨਾਂ ਦਾ ਮਸਤਕ ਨਹੀਂ ਸੀ। ਇਹ ਮਸਤਕ ਇਹ ਸੀ ਕਿ ਅਸੀਂ ਲੋਕ ਜਿਹੜੇ ਕਿ ਸਾਡੇ 'ਚ ਇੱਕ ਪਰਮਾਤਮਾ ਦੇ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਜਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੋ ਸਾਨੂੰ ਸ਼ਕਤੀਆਂ, ਜੋ ਸਾਨੂੰ ਵਿਉਂਤ ਦੱਸੀ ਹੈ, ਉਸ ਚੀਜ਼ ਨੂੰ ਲੈ ਕੇ ਅਸੀਂ ਚੱਲਦੇ ਹਾਂ ਤੇ ਸਾਡੇ ਕੋਲ ਬਹੁਤ ਵੱਡੀ ਪਾਵਰ ਹੈ। ਉਸ ਪਾਵਰ ਦੇ ਨਾਲ ਹੀ ਅਸੀਂ ਉੱਥੋਂ ਮੱਥਾ ਟੇਕ ਕੇ ਅਕਾਲ ਤਖਤ ਤੋਂ ਚੱਲਦੇ ਹਾਂ। ਤੇ ਉਸ ਚੀਜ਼ ਨੂੰ ਇਹਨਾਂ ਨੇ, ਇੰਦਰਾ ਗਾਂਧੀ ਨੇ, ਵੈਸੇ ਇਹ ਚਾਹੁੰਦੀ ਤਾਂ ਨਹੀਂ ਸੀ, ਲੇਕਿਨ ਇਹ ਹੈ ਕਿ ਵੀ ਇਹਨਾਂ ਨੇ ਪਤਾ ਨਹੀਂ ਕਿਸ ਤਰ੍ਹਾਂ ਦਬਾਅ ਪਾ ਕੇ ਇਸ ਚੀਜ਼ ਨੇ ਇੰਨਾ ਵੱਡਾ ਬਲੂ ਸਟਾਰ ਦਾ ਐਕਸ਼ਨ ਲੈਣਾ ਕੋਈ ਛੋਟੀ ਗੱਲ ਨਹੀਂ ਸੀ। ਦਰਬਾਰ ਸਾਹਿਬ ਦੇ ਉੱਤੇ ਕੋਈ ਐਕਸ਼ਨ ਲੈਣਾ ਸੌਖੀ ਗੱਲ ਨਹੀਂ, ਲੇਕਿਨ ਇਹਨਾਂ ਨੇ ਬਹੁਤ ਹੀ ਮਤਲਬ ਜ਼ੋਰ ਦੇ ਨਾਲ ਲੋਕਾਂ ਦੇ ਕਹਿਣ ਤੇ, ਮਿਨਿਸਟਰਾਂ ਦੇ ਕਹਿਣ ਤੇ, ਜਾਂ ਇਹਨਾਂ ਦੇ ਹੋਰ ਜਿਹੜੇ ਨਾਲ ਸਨ ਉਹਨਾਂ ਨੇ ਕਰਵਾਇਆ। ਲੇਕਿਨ ਇਹ ਬੜਾ ਨਿੰਦਨਯੋਗ ਹੈ ਜੋ ਇਹਨਾਂ ਨੇ ਭਾਰਤੀ ਜਨਤਾ ਪਾਰਟੀ ਜਾਂ ਕਾਂਗਰਸ ਦੇ ਹੋਣ ਜਾਂ ਕੋਈ ਵੀ ਹੋਏ, ਜਿਨ੍ਹਾਂ ਨੇ ਕਰਾਇਆ, ਚਾਹੇ ਸਾਡੇ ਪੰਥਕ ਲੀਡਰ ਹੋਣ, ਚਾਹੇ ਕੋਈ ਵੀ ਹੋਏ, ਪੰਜਾਬ ਦਾ ਕੋਈ ਲੀਡਰ ਹੋਵੇ, ਲੇਕਿਨ ਉਸ ਟਾਈਮ ਦੇ ਜਿਸ ਬੰਦੇ ਨੇ ਵੀ ਇਹਨਾਂ ਦਾ ਸਾਥ ਦਿੱਤਾ ਹੈ ਉਹ ਸਾਰੇ ਬੰਦੇ ਨਿੰਦਨਯੋਗ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਦਿੱਲੀ ਦੇ ਵਿੱਚ ਮੌਜੂਦ ਹੈਗੇ ਆ। ਦਿੱਲੀ ਦੇ ਵਿੱਚ ਸੰਗਤਾਂ ਨੇ ਅਰਦਾਸ ਕਰਕੇ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਅਰਦਾਸ ਕਰਕੇ ਉਹਨਾਂ ਸ਼ਹੀਦਾਂ ਨੂੰ ਸਜਦਾ ਵੀ ਕੀਤਾ ਹੈਗਾ, ਔਰ ਉਹਨਾਂ ਦੀ ਆਤਮਕ ਜੋ ਕਿ ਸ਼ਾਂਤੀ ਵਾਸਤੇ ਵੀ ਅਰਦਾਸ ਕੀਤੀ ਹੈਗੀ ਹੈ। ਔਰ ਇਹੋ ਜਿਹੇ ਘੱਲੂਘਾਰੇ ਨੂੰ ਜੋ ਕਿ ਸਿਮਰਦੇ ਹੋਏ ਕਿ ਕਿਤੇ ਭੁੱਲ ਨਾ ਜਾਈਏ। ਲੋਕੀ ਕਹਿੰਦੇ, ਸੰਸਾਰ ਸਿੰਘ ਨੇ ਬਿਲਕੁਲ ਠੀਕ ਕਿਹਾ, ਕਹਿੰਦੇ ਕਿ ਰਾਵਣ ਨੂੰ ਵੀ ਅੱਜ ਤੱਕ ਸਾੜੀ ਜਾਂਦੇ ਹੈਗੇ ਆ ਹਰ ਦੁਸ਼ਹਿਰੇ ਤੇ ਜੇ ਲੋਕ ਉਹਨੂੰ ਨਹੀਂ ਭੁੱਲੇ ਤੇ ਹਜੇ ਤਾਂ 39 ਸਾਲ ਹੋਇਆ, ਔਰ ਜਦੋਂ ਇਹ ਦਿਨ ਆਉਂਦੇ ਆ ਸਿੱਖਾਂ ਦੇ ਜ਼ਖਮ ਹਰੇ ਹੋ ਜਾਂਦੇ ਆ। ਸਾਰੀ ਅਪਡੇਟ ਨਾਲ ਤੁਹਾਨੂੰ ਜੋੜਦੇ ਰਵਾਂਗੇ। ਵੇਖ ਰਹੇ ਹੋ ਅਕਾਲ ਚੈਨਲ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।